शुरू कर। हाँ, मैं मास्टर कुलजीत जोन ਵਿੱਤ ਮੁਖੀ। ਅੱਜ ਸਾਡਾ ਇੱਥੇ ਅਬੋਹਰ ਵਿਖੇ ਛਮਾਈ ਜ਼ੋਨ ਦਾ ਜਿਹੜਾ ਹੈ ਇਜਲਾਸ ਹੈ ਹੋਇਆ, ਜਿਸ ਵਿੱਚ ਸਾਡੇ ਕੋਲ ਸੂਬਾ ਆਗੂ ਸ਼੍ਰੀ ਅਜੈਬ ਜਲਾਲਿਆਣਾ ਜੀ ਉਹ ਪਹੁੰਚੇ ਹੈਗੇ ਆ, ਸ਼੍ਰੀ ਰਾਮ ਸਵਰਨ ਜੀ ਲੱਖੇਵਾਲੀ ਜੋ ਕਿ ਸਾਹਿਤ ਵਿਭਾਗ ਨਾਲ ਤਰਸੀ ਸੋਸਾਇਟੀ ਦਾ ਕੰਮ ਕਰਦੇ ਹੈਗੇ ਆ, ਉਹ ਪਹੁੰਚੇ ਹੈ। ਇਸ ਮੀਟਿੰਗ ਦੇ ਵਿੱਚ ਅੱਜ ਸਾਰੀਆਂ ਜ਼ੋਨ ਦੀਆਂ ਸਾਰੀਆਂ 5 ਇਕਾਈਆਂ ਜਿਹੜੀਆਂ ਉਹ ਪਹੁੰਚੀਆਂ ਹੈਗੀਆਂ ਔਰ ਇਸ ਦੇ ਵਿੱਚ ਹਰੇਕ ਇਕਾਈ ਦੇ ਜਿਹੜੇ ਹੈਗੇ ਮੈਂਬਰ ਹੈ ਜਿਹੜੇ ਉਹਨਾਂ ਨੇ ਆਪਣੀ ਜਿਹੜਾ ਪਹਿਲਾ ਫੇਜ਼ ਸੀ ਸਾਡੇ ਅੱਜ ਮੀਟਿੰਗ ਦਾ, ਉਸ ਦੇ ਵਿੱਚ ਆਪਣੀਆਂ ਜਿਹੜੀਆਂ ਕਾਰਵਾਈ ਰਿਪੋਰਟਾਂ ਜਿਹੜੀਆਂ ਉਹ ਪੇਸ਼ ਕੀਤੀਆਂ ਔਰ ਬਹੁਤ ਹੀ ਵਧੀਆ ਉਤਸ਼ਾਹਜਨਕ ਮਤਲਬ ਹਰੇਕ ਯੂਨਿਟ ਵੱਲੋਂ ਜਿੰਨੇ ਵੀ ਕੰਮ ਕੀਤੇ ਗਏ ਹੈਗੇ ਆ ਉਹ ਸਾਰੇ ਉਹਦੇ ਵਿੱਚ ਦੱਸੇ ਗਏ ਹੈਗੇ ਆ, ਜਿਸ ਵਿੱਚ ਸਾਹਿਤ ਵੈਨ ਦਾ ਜਿਹੜਾ ਸ਼ਾਨਦਾਰ ਸਫ਼ਰ ਹੈ ਉਸ ਦੇ ਬਾਰੇ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਔਰ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੀ ਵੈਨ ਪਹੁੰਚੀ ਔਰ ਉਹਦੇ ਵਿੱਚ ਜਿਹੜੇ ਪ੍ਰੋਗਰਾਮ ਦਿੱਤੇ ਗਏ ਉਹਨਾਂ ਦੀ ਰਿਪੋਰਟਿੰਗ ਹੈ ਜਿਹੜੀ ਕੀਤੀ ਗਈ ਹੈਗੀ ਹੈ। ਚੇਤਨਾ ਪ੍ਰੀਖਿਆ ਹੈਗੀ ਜਿਹੜੀ ਉਸ ਬਾਰੇ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਸ਼ਮੂਲੀਅਤ ਕੀਤੀ ਹੈ ਔਰ ਫਾਜ਼ਿਲਕਾ ਜ਼ੋਨ ਦੇ ਵਿੱਚੋਂ 3 ਬੱਚੇ ਜਿਹੜੇ ਸਟੇਟ ਲੈਵਲ ਦੇ ਉੱਤੇ ਜਿਹੜੇ ਉਹ ਵੀ ਇਨਾਮ ਉਹਨਾਂ ਨੇ ਪ੍ਰਾਪਤ ਕੀਤੇ ਹੈਗੇ ਆ, ਉਹਦੇ ਬਾਰੇ ਦੇ ਵਿੱਚ ਰਿਪੋਰਟਿੰਗ ਕੀਤੀ ਗਈ ਔਰ ਅਗਲੇ ਫੇਜ਼ ਦੇ ਵਿੱਚ ਜਿਹੜਾ ਤਰਸੀ ਸੋਸਾਇਟੀ ਨੂੰ ਜਿਹੜੀਆਂ ਚੁਣੌਤੀਆਂ ਹੈਗੀਆਂ ਉਹਨਾਂ ਬਾਰੇ ਚ ਗੱਲਬਾਤ ਕੀਤੀ ਔਰ ਇਸ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਾਥੀਆਂ ਦੇ ਬਹੁਤ ਹੀ ਕੀਮਤੀ ਜਿਹੜੇ ਵਿਚਾਰ ਹੈਗੇ ਆ ਜਿਹੜੇ ਆਏ ਆ, ਜਿਸ ਵਿੱਚ ਮੈਗਜ਼ੀਨ ਬਾਰੇ ਗੱਲਾਂ ਬਾਤਾਂ ਹੋਈਆਂ, ਕਾਫੀ ਸਾਰਾ ਅੱਛਾ ਜਿਹੜਾ ਹੈ ਪੁਆਇੰਟਸ ਹੈ ਜਿਹੜੇ ਉਹ ਨੋਟ ਕੀਤੇ ਗਏ ਹੈਗੇ ਆ ਔਰ ਸਾਹਿਤ ਜਿਹੜਾ ਹੈ ਕਿਤਾਬਾਂ ਹੈਗੀਆਂ ਉਹਨਾਂ ਬਾਰੇ ਦੇ ਵਿੱਚ ਵੀ ਕਾਫੀ ਸਾਰੇ ਜਿਹੜੇ ਪ੍ਰਸ਼ੰਸਾਯੋਗ ਜਿਹੜੇ ਵਿਚਾਰ ਹੈ ਜੋ ਸਾਥੀਆਂ ਦੇ ਆਏ ਹੈਗੇ ਆ ਔਰ ਇਸ ਤੋਂ ਇਲਾਵਾ ਪ੍ਰਚਾਰ ਪ੍ਰਸਾਰ ਵਾਸਤੇ ਹੋਰ ਕੀ ਕੁਝ ਕੀਤਾ ਜਾ ਸਕਦਾ ਸੁਸਾਇਟੀ ਦੇ ਉਹਦੇ ਬਾਰੇ ਚ ਗੱਲਾਂ ਬਾਤਾਂ ਹੋਈਆਂ ਹੈਗੀਆਂ ਔਰ ਉਸ ਤੋਂ ਅਗਲੇ ਫੇਜ਼ ਦੇ ਵਿੱਚ ਜਿਹੜੇ ਸਾਥੀ ਸਾਡੇ ਰਾਮ ਸਵਰਨ ਜੀ ਹੈ ਉਹਨਾਂ ਨੇ ਹਰੇਕ ਤੱਕ ਮੈਗਜ਼ੀਨ ਕਿਸ ਤਰੀਕੇ ਨਾਲ ਪਹੁੰਚਾਉਣਾ ਔਰ ਇਸ ਵਿੱਚ ਕੀ ਹੋਰ ਸੁਧਾਰ ਜਿਹੜੇ ਕੀਤੇ ਜਾ ਸਕਦੇ ਆ ਉਹਦੇ ਬਾਰੇ 'ਚ ਗੱਲਬਾਤ ਕੀਤੀ ਹੈ। ਸਾਥੀ ਜਲਾਲਿਆਣਾ ਜੀ ਨੇ ਮੀਡੀਆ ਵਿਭਾਗ ਦੇ ਵਿੱਚ ਜਿਹੜਾ ਕੰਮ ਕਰਦੇ ਵੱਡੇ ਲੈਵਲ ਦਾ ਉਹਦੇ ਬਾਰੇ 'ਚ ਬੜੀ ਬਰੀਕੀ ਨਾਲ ਗੱਲਾਂ ਬਾਤਾਂ ਦੱਸੀਆਂ ਵੀ ਕਿਸ ਤਰੀਕੇ ਨਾਲ ਸਾਡੇ ਜਿਹੜੀ ਹੈ ਖਬਰਾਂ ਹੈਗੀਆਂ ਉਹ ਸੋਸ਼ਲ ਮੀਡੀਆ ਦੇ ਵਿੱਚ ਔਰ ਪ੍ਰਿੰਟ ਮੀਡੀਆ ਵਿੱਚ ਔਰ ਇਲੈਕਟ੍ਰੋਨਿਕ ਮੀਡੀਆ ਵਿੱਚ ਕਿਸ ਤਰੀਕੇ ਨਾਲ ਲੈ ਕੇ ਜਾਣੀਆਂ ਉਹਦੇ ਬਾਰੇ ਦੇ ਵਿੱਚ ਸਾਨੂੰ ਜਿਹੜੀ ਹੈ ਸੂਬਾ ਪੱਧਰ ਤੇ ਜਿਹੜੀ ਸਾਡੇ ਬਰਨਾਲਾ ਹੈੱਡ ਆਫਿਸ ਵਿਖੇ 14-15 ਦਸੰਬਰ ਨੂੰ ਇੱਕ ਪ੍ਰੋਗਰਾਮ ਹੋ ਰਿਹਾ ਹੈਗਾ, ਜਿਸ ਵਿੱਚ ਵਰਕਸ਼ਾਪ ਦੇ ਵਿੱਚ ਕਾਫੀ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਹੋਣੀਆਂ ਉਸ ਦੇ ਬਾਰੇ 'ਚ ਜਲਾਲਿਆਣਾ ਜੀ ਨੇ ਬਹੁਤ ਹੀ ਬਰੀਕੀ ਨਾਲ ਦੱਸਿਆ ਹੈਗਾ ਕਿ ਇਸ ਵਿੱਚ ਹਰੇਕ ਇਕਾਈ ਤੋਂ ਹਰੇਕ ਜ਼ੋਨ ਤੋਂ ਸਾਥੀ ਵੱਧ ਚੜ ਕੇ ਉਸ ਦੇ ਵਿੱਚ ਹਿੱਸਾ ਲੈਣ ਔਰ ਇਸ ਦੇ ਵਿੱਚ ਜਿਹੜਾ ਸਾਡਾ ਅੱਜ ਦਾ ਇਜਲਾਸ ਸੀ ਇਸ ਦੇ ਵਿੱਚ 5 ਇਕਾਈਆਂ ਤੋਂ ਖਾਸ ਤੌਰ ਤੇ ਗੁਰੂ ਹਰਸਾਏ ਇਕਾਈ ਤੋਂ ਸਾਡੇ ਕੋਲ ਡਾਕਟਰ ਅਵਤਾਰਦੀਪ ਜੀ ਜੋ ਕਿ ਜਥੇਬੰਦਕ ਮੁਖੀ ਹੈ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਸੀ ਔਰ ਪ੍ਰਵੀਨ ਜੀ ਔਰ ਅਬੋਹਰ ਯੂਨਿਟ ਤੋਂ ਸਾਥੀ ਜਗਦੀਸ਼ ਜੀ, ਗਣਪਤ ਜੀ, ਸੁਖਦੇਵ ਜੀ ਉਹਨਾਂ ਨੇ ਆਪਣੇ ਵਿਚਾਰ ਦਿੱਤੇ। ਫਾਜ਼ਿਲਕਾ ਯੂਨਿਟ ਤੋਂ ਸਾਡੇ ਸਾਥੀ ਸੁਰਿੰਦਰ ਗੰਜੂਆਣਾ ਜੀ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਹੈਗੇ ਆ ਔਰ ਲਾਧੂਕਾ ਯੂਨਿਟ ਤੋਂ ਸਾਡੇ ਸਾਥੀ ਸੰਦੀਪ ਸਾਹਿਲ ਜੀ ਉਹਨਾਂ ਨੇ ਵਿਚਾਰ ਚਰਚਾ ਦੇ ਵਿੱਚ ਭਾਗ ਲਿਆ ਹੈਗਾ। ਇਸ ਤੋਂ ਇਲਾਵਾ ਵੀ ਵੱਖਰੇ ਜਿਹੜੇ ਸਾਥੀ ਪਹੁੰਚੇ ਸੀ ਵੱਖਰੇ ਯੂਨਿਟਾਂ ਤੋਂ, ਉਹਨਾਂ ਨੇ ਆਪਣੀ ਜਿਹੜੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਬਿਲਕੁਲ ਬਹੁਤ ਹੀ ਵਧੀਆ ਸੀਗਾ ਔਰ ਜਿਸ ਦੇ ਵਿੱਚ ਜਿਹੜਾ ਸੁਸਾਇਟੀ ਦਾ ਪ੍ਰਚਾਰ ਪ੍ਰਸਾਰ ਹੈ ਲੋਕਾਂ ਤੱਕ ਪਹੁੰਚਣ ਦਾ ਜਿਹੜਾ ਤਰੀਕਾ ਹੈਗਾ ਉਹਦੇ ਬਾਰੇ 'ਚ ਜਿਹੜੇ ਪੁਆਇੰਟ ਜਿਹੜੇ ਨੋਟ ਕੀਤੇ ਗਏ ਗਿਆ, ਜਦੋਂ ਅਸੀਂ ਉਹਨਾਂ ਦੇ ਤੇ ਅਮਲ ਕਰਾਂਗੇ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਆਮ ਲੋਕਾਂ ਤੱਕ ਛੋਟੇ ਬੱਚੇ ਤੱਕ ਅਸੀਂ ਪਹੁੰਚ ਸਕਦੇ ਹਾਂ ਤੇ ਵੱਡੇ ਲੋਕਾਂ ਤੱਕ ਪਹੁੰਚ ਸਕਦੇ ਹੈਗੇ ਆ। ਬਹੁਤ ਧੰਨਵਾਦ ਜਿਹੜੇ ਪ੍ਰਧਾਨਗੀ ਮੰਡਲ 'ਚ ਬੈਠੇ ਆ ਔਰ ਸਾਡੀਆਂ ਇਕਾਈਆਂ ਤੋਂ ਪਹੁੰਚੇ ਹੋਏ ਆਗੂ ਸਾਹਿਬਾਨ, ਮੈਂਬਰ ਸਾਹਿਬਾਨ ਸਾਰਿਆਂ ਦਾ ਹੀ ਵਿਸ਼ੇਸ਼ ਤੌਰ ਤੇ ਧੰਨਵਾਦ, ਜਿਨ੍ਹਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਦੀ ਆਪਣੀ ਛਮਾਹੀ ਇਕੱਤਰਤਾ ਦੇ ਵਿੱਚ ਪਿਛਲੇ 6 ਮਹੀਨਿਆਂ 'ਚ ਸਾਡੀਆਂ ਕੀ ਪ੍ਰਾਪਤੀਆਂ ਰਹੀਆਂ ਔਰ ਕੀ ਸੁਧਾਰ ਹੋਣੇ ਬਾਕੀ ਹੈ, ਕੁਝ ਹੋਰ ਮਸਲੇ ਜਿਹੜੇ ਹੈ ਉਹ ਆਪਾਂ ਅੱਜ ਵਿਚਾਰ ਦੀ ਰੱਖਣੇ ਨੇ। ਸੋ ਉਹ ਆਪਾਂ ਏਜੰਡੇ ਦੇ ਮੁਤਾਬਕ ਅੱਗੇ ਚੱਲਦੇ ਜਾਵਾਂਗੇ। ਸੋ ਹੁਣ ਮੈਂ ਜਿਹੜਾ ਜ਼ਿਆਦਾ ਟਾਈਮ ਨਹੀਂ ਲੈਣਾ, ਸੋ ਆਪਾਂ ਆਪਣੀ ਕਾਰਵਾਈ ਨੂੰ ਏਜੰਡਿਆਂ ਦੇ ਮੁਤਾਬਕ ਹੀ ਚਲਾਵਾਂਗੇ। ਸੋ ਇੱਕ ਵਾਰ ਫੇਰ ਇੱਥੇ ਪਹੁੰਚਣ ਤੇ ਸਾਰੇ ਸਟੇਟ ਆਗੂ, ਜ਼ੋਨ ਆਗੂ ਔਰ ਸਾਡੀਆਂ ਇਕਾਈਆਂ ਤੋਂ ਪਹੁੰਚੇ ਹੋਏ ਆਗੂ ਸਾਹਿਬਾਨ, ਮੈਂਬਰ ਸਾਹਿਬਾਨ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਦਾ। ਸਾਡੇ ਪ੍ਰਧਾਨਗੀ ਮੰਡਲ ਵਿੱਚ ਬੈਠੇ ਰੋਸ਼ਨ ਦਿਮਾਗ ਸਾਥੀ ਔਰ ਮੇਰੇ ਸਾਹਮਣੇ ਸਮਾਜ ਦਾ ਵਧੀਆ ਭਲਾ ਚਾਹਣ ਵਾਲੇ ਸਾਥੀ ਸਾਰਿਆਂ ਦਾ ਬਹੁਤ ਸਤਿਕਾਰ। ਮੈਂ ਤਰਸ਼ੀਲ ਸੋਸਾਇਟੀ ਪੰਜਾਬ ਦੀ ਇਕਾਈ ਮੰਡੀ ਲਾਧੂਕਾ ਤੋਂ ਜਥੇਬੰਦਕ ਮੁਖੀ
ਸੰਦੀਪ ਸਾਹਿਲ। ਤਾਂ ਜਿੱਦਾਂ ਕਿ ਆਪਣਾ ਅੱਜ ਦਾ ਪ੍ਰੋਗਰਾਮ ਹੈ ਕਿ ਆਪਦੇ ਪਿਛਲੇ 6 ਮਹੀਨਿਆਂ ਦੀ ਤਰਤੀਬ ਦੱਸਣੀ ਕਿ ਆਪਾਂ ਕੀ ਕੁਝ ਕੀਤਾ ਜਾਂ ਕਿੱਥੇ ਕਮੀਆਂ ਰਹਿ ਗਈਆਂ। ਤਾਂ ਮੈਂ ਪਹਿਲੇ ਇੱਕ ਗੱਲ ਦੱਸ ਦਿਆਂ ਕਿ ਇਸ ਮਾਰਚ ਦੇ ਵਿੱਚ ਹੀ 2019 ਦੇ ਵਿੱਚ ਹੀ ਅਸੀਂ ਨਵੀਂ ਚੋਣ ਕਰਕੇ ਤੇ ਇਸ ਇਕਾਈ ਦਾ ਗਠਨ ਕੀਤਾ ਸੀ। ਤਾਂ ਇਹਨਾਂ 6 ਮਹੀਨਿਆਂ ਦੇ ਵਿੱਚ, ਕਿਉਂਕਿ ਸਾਡਾ ਇਹ ਕਹਿ ਲਓ ਪਹਿਲਾ ਸਾਲ ਇੱਕ ਤਰ੍ਹਾਂ ਨਾਲ ਨਵੇਂ ਸਾਥੀਆਂ ਦੇ ਜੁੜੇ ਹੋਣ ਦਾ, ਤਾਂ ਉਹਦੇ ਵਿੱਚ ਜੋ ਕੁਝ ਅਸੀਂ ਕਰ ਸਕੇ ਹੁਣ ਤੱਕ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ। ਸਭ ਤੋਂ ਪਹਿਲਾਂ ਤਾਂ ਜਿਹੜਾ ਆਪਾਂ ਚੇਤਨਾ ਪਰਖ ਪ੍ਰੀਖਿਆ ਦਾ ਪੇਪਰ ਸੀਗਾ, ਉਹਦੇ ਵਿੱਚ ਅਸੀਂ ਲਗਭਗ 18 ਸਕੂਲਾਂ ਤੱਕ ਪਹੁੰਚ ਕੀਤੀ, ਜਿਹਦੇ ਵਿੱਚੋਂ 9 ਸਕੂਲਾਂ ਦੇ ਜਿਹੜੇ ਸਾਥੀ ਟੀਚਰ ਸੀਗੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਵਧੀਆ ਪੇਪਰ ਲਏ, ਜਿਹਦੇ ਚੋਂ 368 ਬੱਚੇ ਸਾਡੇ ਕੋਲ ਰਜਿਸਟ੍ਰੇਸ਼ਨ ਕਰਾਈ ਜਿਨ੍ਹਾਂ ਨੇ ਅਸੀਂ ਕਿਤਾਬਾਂ ਦਿੱਤੀਆਂ, ਜਿਹਦੇ ਚੋਂ 338 ਬੱਚੇ ਹਾਜ਼ਰ ਰਹੇ ਉਹਦੇ 'ਚ, ਤੇ ਬਾਕੀ ਬੱਚੇ ਜਿਹੜੇ ਸੀਗੇ ਉਹ ਗੈਰ ਹਾਜ਼ਰ ਰਹੇ। ਪਰ 338 ਬੱਚਿਆਂ ਦਾ ਸੀ ਜਿਹੜਾ ਪੇਪਰ ਹੈ। ਔਰ ਸਾਡੇ ਜ਼ੋਨ ਫਾਜ਼ਿਲਕਾ ਦੇ ਵਿੱਚੋਂ ਜਿਹੜੀ ਲੜਕੀ ਟੌਪ ਕਰੀ ਹੈ ਸੈਂਟਸ ਪਬਲਿਕ ਸਕੂਲ ਦੀ, ਉਹ ਵੀ ਸਾਡੀ ਇਕਾਈ ਵਿੱਚੋਂ ਹੀ ਸੀਗੀ। ਤਾਂ ਮੈਗਜ਼ੀਨ ਦੇ ਵਿੱਚ ਬਾਲ ਅੰਕ ਬਾਲ ਪੰਨਾ ਸ਼ਬਦ ਹੈ, ਉਹਨੂੰ ਆਮ ਤੌਰ ਤੇ 2 ਪੇਜ ਦਿੱਤੇ ਜਾਂਦੇ ਆ। ਹੁਣ ਵੀ ਮੈਗਜ਼ੀਨ ਮੇਰੇ ਕੋਲ ਹੈ, ਤਾਂ ਮੇਰੀ ਇੱਛਾ ਹੈ ਵੀ ਇਹਦੇ ਵਿੱਚ ਘੱਟੋ ਘੱਟ 4 ਪੰਨੇ ਆ ਜਿਹੜੇ ਉਹ ਬਾਲ ਅੰਕ ਨੂੰ ਦਿੱਤੇ ਜਾਣ। ਉਹ 'ਚ ਇੱਕ ਲੇਖ ਹੁੰਦਾ ਹੈ, ਬਾਲ ਕਹਾਣੀਆਂ ਵੀ ਦਿੱਤੀਆਂ ਜਾ ਸਕਦੀਆਂ। ਮੋਠੂ ਦੇ ਘੁੰਗਰੂ ਆਪਣੇ ਕੋਲ ਪੁਸਤਕ ਹੈ ਬਲਦੇਵ ਸਿੰਘ ਸਲਕਨਾਮਾ ਦੀ, ਉਹ ਜੇ ਕਿਸੇ ਸਾਥੀ ਨੇ ਪੜ੍ਹੀ ਹੈ ਤਾਂ ਉਹ ਪੜ੍ਹਨੀ ਚਾਹੀਦੀ ਹੈ ਸਾਰਿਆਂ ਨੂੰ, ਉਹ ਬੱਚਿਆਂ ਨੂੰ ਵੀ ਪੜ੍ਹਾਉਣੀ ਚਾਹੀਦੀ ਹੈ। ਉਹ ਬਾਲ ਕਹਾਣੀਆਂ ਹੀ ਨੇ ਇੱਕ ਹਿਸਾਬ ਦੀਆਂ ਛੋਟੀਆਂ ਛੋਟੀਆਂ। ਤਾਂ ਜੇ ਉਹੋ ਜਿਹੀਆਂ ਕਹਾਣੀਆਂ ਸਾਡੇ ਮੈਗਜ਼ੀਨ ਦੇ ਵਿੱਚ ਛਪਦੀਆਂ ਨੇ ਜਾਂ ਉਹੋ ਜਿਹੀ ਪੁਸਤਕ ਲੜੀ ਛਪਦੀ ਆ ਕੋਈ, ਤਾਂ ਬਾਲ ਹੈ ਜਿਹੜੇ ਵਿਦਿਆਰਥੀ ਹੈ ਜਿਹੜੇ ਉਹ ਮੈਗਜ਼ੀਨ ਨਾਲ ਤੇ ਸਾਡੀ ਵਿਚਾਰਧਾਰਾ ਨਾਲ ਇੱਕਮਿਕ ਜ਼ਰੂਰ ਹੋਣਗੇ। ਇਵੇਂ ਹੀ ਸਾਡੇ ਕੋਲ ਤਰਕਸ਼ੀਲਤਾ ਦਾ ਇਤਿਹਾਸ। ਹੁਣ ਤਰਕਸ਼ੀਲ ਸੁਸਾਇਟੀ 1985-86 ਵਿੱਚ ਸਾਡੇ ਪੰਜਾਬ ਵਿੱਚ ਸ਼ੁਰੂਆਤ ਹੋਈ ਹੈ। ਤਾਂ ਉਦੋਂ 2 ਇਨਸਾਨ ਹੀ ਸੀ ਜਿਨ੍ਹਾਂ ਨੇ ਇਹ ਸ਼ੁਰੂ ਕੀਤੀ ਹੈ, ਤੇ ਹੁਣ ਸਾਡਾ ਬਹੁਤ ਵੱਡਾ ਕਾਫਲਾ ਹੈ। ਤਾਂ ਇਹ ਸਾਰਾ ਇਤਿਹਾਸ ਹੈ ਜਿਹੜਾ ਉਹ ਵੀ ਮੈਗਜ਼ੀਨ ਵਿੱਚ ਸਮੇਂ-ਸਮੇਂ ਤੇ ਥੋੜਾ ਕਰਕੇ ਛਪਦਾ ਰਹਿਣਾ ਚਾਹੀਦਾ ਹੈ, ਤਾਂ ਕਿ ਨਵੇਂ ਜੁੜੇ ਮੈਂਬਰਾਂ ਨੂੰ ਇਹ ਗੱਲ ਦਾ ਪਤਾ ਲੱਗੇ ਵੀ ਇਹ ਤਰਕਸ਼ੀਲ ਸੁਸਾਇਟੀ ਕਦੋਂ ਹੋਂਦ ਵਿੱਚ ਆਈ, ਇਹਦੇ ਵਿੱਚ ਕਿਹੜੇ ਲੋਕ ਜੁੜੇ ਨੇ, ਕਿੰਨੇ ਸਮੇਂ ਤੱਕ ਉਹਨੇ ਕਿੰਨੀਆਂ ਘਾਲਨਾਵਾਂ ਕੀਤੀਆਂ ਤੇ ਅਸੀਂ ਇਸ ਸਟੇਜ ਤੱਕ ਪਹੁੰਚੇ ਹਾਂ। ਤਾਂ ਇਹ ਇਤਿਹਾਸ ਹੈ ਜਿਹੜਾ ਮੈਗਜ਼ੀਨ ਵਿੱਚ ਛਪਣਾ ਚਾਹੀਦਾ ਹੈ। ਇੱਕ ਜਾਦੂਈ ਟ੍ਰਿਕ ਛਪਦੇ ਹੁੰਦੇ ਸੀ ਮਨੁੱਖਪੁਰੀ ਸਾਥੀ ਜੀ ਇਹਨਾਂ ਦੇ, ਹੁਣ ਉਹ ਬੰਦ ਹੈ ਕਾਲਮ। ਮੈਂ ਚਾਹੁੰਦਾ ਵੀ ਉਹ ਕਾਲਮ ਹੈ ਜਿਹੜਾ ਫਿਰ ਤੋਂ ਸ਼ੁਰੂ ਕੀਤਾ ਜਾਵੇ। ਇਸ ਵਕਤ ਮੈਂ ਪੇਸ਼ਕਦਮੀਆਂ ਦੇਖੀ ਜਾਂਦਾ ਵੀ ਇਹਦੇ ਘੱਟੋ ਘੱਟ 3 ਪੇਜ ਦਿੱਤੇ ਹੋਏ ਨੇ ਪੇਸ਼ਕਦਮੀਆਂ ਦੇ। ਠੀਕ ਹੈ ਵੀ ਆਪਣੀ ਇਹ ਲਹਿਰ ਦਾ ਪ੍ਰਚਾਰ ਹੈ ਤੇ ਪ੍ਰਸਾਰ ਹੈ, ਪਰ ਜੇ ਇਸ ਨੂੰ ਥੋੜਾ ਜਿਹਾ ਸੰਖੇਪ ਕਰ ਦਿੱਤਾ ਜਾਵੇ, ਥਾਂ ਤੇ ਇੱਕ ਅੱਧਾ ਪੇਜ ਹੋਰ ਕਿਸੇ ਲੇਖ ਨੂੰ ਦਿੱਤਾ ਜਾਵੇ ਤਾਂ ਉਹ ਵੀ ਵਧੀਆ ਹੋਊਗਾ। ਇੱਕ ਸੈਂਟਰ ਦਾ ਪੇਜ ਜਿਹੜਾ ਇਹਨਾਂ ਨੇ ਵਧੀਆ ਐਤਕੀ ਦੇ ਰੰਗਦਾਰ ਛਾਪਿਆ, ਇਸ ਲਈ ਅਦਾਰਾ ਤਫਸੀਲ ਹੈ ਜਿਹੜਾ ਉਹ ਵਧਾਈ ਦਾ ਪਾਤਰ ਹੈ, ਸੰਪਾਦਕੀ ਮੰਡਲ ਵੀ ਵਧਾਈ ਦਾ ਪਾਤਰ ਹੈ। ਜੇ ਅਸੀਂ ਇਦਾਂ ਸੋਹਣਾ ਸੁਚੱਜਾ ਮੈਗਜ਼ੀਨ ਜਿਹੜਾ ਲੋਕਾਂ ਵਿੱਚ ਲੈ ਕੇ ਜਾਂਦੇ ਆ ਤਾਂ ਇਹਦਾ ਪ੍ਰਭਾਵ ਵੱਖਰਾ ਪੈਂਦਾ ਹੈ। ਲਾਸਟ ਤੇ ਜੋ ਅਸੀਂ ਸਾਡੇ ਲਾਸਟ ਇੱਕ ਇਸ਼ੂ ਇੱਥੇ ਅਚਾੜਕ ਵਿੱਚ ਕੋਈ ਬਾਬਾ ਜੋ ਖੜਾ ਹੋਇਆ, ਉਹਦੇ ਅਗੇਂਸਟ ਅਸੀਂ ਕਾਰਵਾਈ ਲਈ ਜਿਹੜੀ ਅਸੀਂ ਜ਼ੋਨ ਪੱਧਰ ਤੇ ਉਹਨਾਂ ਦੇ ਅਗੇਂਸਟ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲੇ ਕਈ ਵਾਰ। ਹਾਲਾਂਕਿ ਜੋ ਅਸੀਂ ਚਾਹੁੰਦੇ ਸੀ ਉਸ ਤੇ ਧੀ ਨੂੰ ਦੀ ਕਾਰਵਾਈ ਤਾਂ ਉਹਦੇ ਖਿਲਾਫ ਪ੍ਰਸ਼ਾਸਨ ਨੇ ਨਹੀਂ ਕੀਤੀ, ਪਰ ਇੱਥੋਂ ਕੋਈ ਅਸੀਂ ਕਾਮਯਾਬ ਹੋਏ ਹਾਂ ਵੀ ਜੋ ਬੱਚਾ ਉਹਨਾਂ ਪਖੰਡੀਆਂ ਦੀ ਕੈਦ ਵਿੱਚ ਜਾਂ ਇੱਕ ਗਰੋਹ ਦੀ ਕੈਦ ਵਿੱਚ ਸੀ, ਉਹ ਬੱਚੇ ਨੂੰ ਛੁਡਵਾ ਕੇ ਪ੍ਰਸ਼ਾਸਨ ਨੇ ਉਹਨੂੰ 3-4 ਘੰਟੇ ਲਈ ਸਕੂਲ ਜਾਂ ਆਂਗਣਵਾੜੀ ਜਾਣ ਲਈ ਮਜਬੂਰ ਕੀਤਾ। ਕਿ ਉਹ ਬੱਚਾ ਲਗਭਗ 3-4 ਘੰਟੇ ਆਂਗਣਵਾੜੀ 'ਚ ਸਮਾਂ ਪਾਸ ਕਰਕੇ ਆਉਂਦਾ ਹੈ ਤੇ ਇਹਨਾਂ ਦੀ ਪਖੰਡੀਆਂ ਦੇ ਜਾਲ ਤੋਂ ਬਚਿਆ ਰਹਿੰਦਾ। ਹੋਰ ਵੀ ਸਾਡੀ ਸੁਸਾਇਟੀ ਯੂਨਿਟ ਫਾਜ਼ਿਲਕਾ ਅਕਸਰ ਜੋ ਸਟੇਟ ਬੋਡੀ ਦੇ ਜੋ ਫੈਸਲੇ ਹੁੰਦੇ ਉੱਥੇ ਪਹਿਰਾ ਦਿੰਦਾ ਰਹਿੰਦਾ। ਬੜੀ ਵਧੀਆ ਸੌਖੀ ਵਿਧੀ ਹੈ ਇੱਕ। ਜੇਕਰ ਤੁਹਾਡੇ ਕੋਲ ਬੱਚੇ ਹੈਗੇ ਆ, ਤੁਸੀਂ ਇਕੱਲੇ ਵੀ ਕਰ ਸਕਦੇ ਹੋ। ਕਿਸੇ ਕੋਲ ਕਲਾ ਹੈਗੀ ਹੈ, ਕਿਉਂ ਪਤਾ ਕਲਾਕਾਰ ਦਾ ਕੰਮ ਨੁੱਕੜ ਨਾਟਕ ਰਾਹੀਂ ਬਹੁਤ ਵਧੀਆ ਸੁਨੇਹਾ ਦਿੱਤਾ ਜਾ ਸਕਦਾ ਹੈ। ਹੁਣ ਜਿਵੇਂ ਗੁਰਤੇਜ ਜੀ ਨੇ ਇੱਕ ਸੰਸਥਾ ਨਾਲ ਜੁੜ ਕੇ, ਸਰਕਾਰੀ ਸੰਸਥਾ ਸੀ ਕੋਈ, ਮੈਂ ਨਹੀਂ ਜਾਣਦਾ, ਮੈਂ ਇਹਨਾਂ ਦੇ ਨਾਲ ਰਿਹਾ ਵੈਸੇ, 25 ਸਕੂਲਾਂ ਦੇ ਵਿੱਚ 25 ਪਿੰਡਾਂ ਦੇ ਵਿੱਚ ਲਗਭਗ ਨਾਟਕ ਕੀਤੇ ਆ। ਮੇਰੇ 12 ਸ਼ਹਿਰ 'ਚ 13 ਪਿੰਡਾਂ 'ਚ ਕੀਤੇ ਆ। ਉੱਥੇ ਇਹਨਾਂ ਨੇ ਮੈਨੂੰ ਨਾਂ ਰੱਖਿਆ, ਉਹ ਸੀ ਨੁੱਕੜ ਨਾਟਕ। ਇਹਨਾਂ ਨੂੰ ਪੈਸੇ ਮਿਲਦੇ ਸੀ ਛੋਟਾ ਜਿਹਾ ਨਾਟਕ ਕਰਨ ਦੇ ਨਸ਼ਿਆਂ ਤੇ, ਪਰ ਇਹਨਾਂ ਨੇ ਕੀ ਕੀਤਾ, ਨਾਲ ਤਰਕਸ਼ੀਲ ਨਾਟਕ ਜੋੜਤਾ। ਕਈ ਪਿੰਡਾਂ ਦੇ ਵਿੱਚ ਤਾਂ ਲੋਕਾਂ ਨੂੰ ਕਹਿ ਕੇ
ਉਸ ਦੇ ਪ੍ਰਬੰਧਕਾਂ ਨੂੰ, ਉਸ ਦੀਆਂ ਕਮੇਟੀਆਂ ਨੂੰ ਕਹਿ ਕੇ, ਉਸ ਦੇ ਜਿਹੜੇ ਕਲੱਬ ਸੀ ਉਹਨਾਂ ਨੂੰ ਕਹਿ ਕੇ ਇਹਨਾਂ ਨੇ ਉਹ ਨੁੱਕੜ ਨਾਟਕ ਨੂੰ ਵੱਡੇ ਨਾਟਕ ਦਾ ਰੂਪ ਦਿੱਤਾ। ਉਹ ਕੁਝ ਪੈਸੇ, ਮੇਰੇ ਪਿੰਡ ਵੀ ਹੋਇਆ ਸੀ, ਕੁਝ ਪੈਸੇ ਉਹਨਾਂ ਨੇ ਇਕੱਠੇ ਕਰ ਲਏ, ਸਟੇਜ ਲਾਤੀ ਤੇ ਸਾਊਂਡ ਦਾ ਪ੍ਰਬੰਧ ਕਰਤਾ, ਟੈਂਟ ਦਾ ਪ੍ਰਬੰਧ ਕਰਤਾ। ਉੱਥੇ ਇਹਨਾਂ ਨੇ ਜਿਹੜੇ ਨਾਟਕ ਹੈ ਉਹ ਬਹੁਤ ਵੱਡੇ ਤਰਕਸ਼ੀਲ ਨਾਟਕ ਕੀਤੇ। ਕੁਲਜੀਤ ਜੀ ਲਗਭਗ ਕਈ ਨਾਟਕਾਂ ਦੇ ਵਿੱਚ ਸਾਡੇ ਨਾਲ ਰਹੇ ਹੈ। ਸੋ ਮਤਲਬ ਸਾਨੂੰ ਜਿੱਥੇ ਵੀ ਜਾਣ ਦਾ ਮੌਕਾ ਮਿਲਿਆ, ਜੇ ਇਹਨਾਂ ਨੂੰ ਨੁੱਕੜ ਨਾਟਕ ਕਰਨ ਦਾ ਮੌਕਾ ਮਿਲਿਆ ਤੇ ਨਾਲੇ ਆਪਦਾ ਯੋਗ ਪ੍ਰਧਾਨਗੀ ਮੰਡਲ ਤੇ ਵੱਖ-ਵੱਖ ਇਕਾਈਆਂ ਤੋਂ ਆਏ ਆਗੂ ਸਹਿਬਾਨ ਤੇ ਮੈਂਬਰ ਸਹਿਬਾਨ, ਸਾਡੀ ਇਕਾਈ ਗੁਰੂ ਹਰਸਾਏ ਇਹਨਾਂ 6 ਮਹੀਨਿਆਂ ਦਾ ਲੇਖਾ ਜੋਖਾ ਜੋ ਹੁਕਮ ਹੋਇਆ ਪੇਸ਼ ਕਰਨ ਦਾ। ਸਭ ਤੋਂ ਪਹਿਲਾਂ ਸਾਹਿਤ ਵੈਨ ਆਈ ਸੀ, ਤਾਂ ਉਹ ਅਸੀਂ ਇੱਕ ਹਫ਼ਤਾ ਸਾਹਿਤ ਵੈਨ ਗੁਰੂ ਹਰਸਾਏ ਵੱਖ-ਵੱਖ ਸਕੂਲਾਂ ਦੇ ਵਿੱਚ ਲੈ ਕੇ ਗਏ ਸੀ ਤੇ 65,000 ਤੇ 16 ਰੁਪਏ ਦਾ ਸਾਹਿਤ ਜਿਹੜਾ ਸੀ ਵੈਨ ਦੇ ਰਾਹੀਂ ਵੇਚਿਆ ਸੀਗਾ। ਹਾਲਾਂਕਿ ਉਹਨਾਂ ਦਿਨਾਂ 'ਚ ਅਸੀਂ ਰਾਮ ਸਰਨ ਜੀ ਨੂੰ ਇਹ ਕਿਹਾ ਸੀਗਾ, ਬੇਨਤੀ ਕੀਤੀ ਸੀ ਕਿ ਗਰਮੀ ਬਹੁਤ ਹੁੰਦੀ ਹੈ ਤੇ ਸਕੂਲਾਂ 'ਚ ਇਹ ਸਮੱਸਿਆ ਅਕਸਰ ਹੀ ਆਉਂਦੀ ਹੈ, ਅਧਿਆਪਕ ਕਹਿੰਦੇ ਕਿ ਬੈਠਣ ਨੂੰ ਥਾਂ ਹੈ ਨਹੀਂਗੀ, ਪਰ ਫਿਰ ਵੀ ਸਾਡੇ ਸਾਥੀਆਂ ਨੇ, ਖਾਸ ਤੌਰ ਤੇ ਸਾਡੇ ਅਵਤਾਰਦੀਪ ਜੀ ਤੇ ਉਦਮ ਦੇ ਨਾਲ ਅਸੀਂ ਸਾਰਿਆਂ ਨੇ ਰਲ ਮਿਲ ਕੇ ਤੇ 65,000 ਰੁਪਏ ਦਾ ਸਾਹਿਤ, ਹਾਲਾਂਕਿ ਹੋਰ ਵੀ ਗੁੰਜਾਇਸ਼ ਬਚਦੀ ਸੀਗੀ ਪਰ ਗਰਮੀ ਜ਼ਿਆਦਾ ਹੋਣ ਕਾਰਨ ਤਾਂ ਫਿਰ ਵੀ ਅਸੀਂ ਸਮਝਦੇ ਹਾਂ ਕਿ ਬਹੁਤ ਵਧੀਆ ਇਹ ਰਿਹਾ ਸਾਡਾ ਜਿਹੜਾ ਉਦਮ ਸੀਗਾ। ਦੂਸਰੀ ਇੱਕ ਖਾਸ ਸੀਗੀ ਕਿ ਚੇਤਨਾ ਪਰਖ ਪ੍ਰੀਖਿਆ, ਇਹਦੇ ਵਿੱਚ ਅਸੀਂ 6 ਸੈਂਟਰ ਬਣਾਏ ਸੀਗੇ ਤੇ 6 ਸੈਂਟਰਾਂ ਦੇ ਵਿੱਚ 475 ਬੱਚੇ ਸਾਡੇ ਕੋਲ ਅਪੀਅਰ ਹੋਏ ਸੀਗੇ। ਪਹਿਲਾਂ ਰਜਿਸਟ੍ਰੇਸ਼ਨ ਤਾਂ 500 ਤੋਂ ਉੱਪਰ ਸੀਗੀ ਪਰ ਅਪੀਅਰ 475 ਹੋਏ ਆ ਸਾਡੇ ਕੋਲੇ। ਦੀਵਾਲੀ ਤੇ ਅਸੀਂ ਇੱਕ ਲੀਫਲੈਟ ਛਾਪਿਆ ਸੀਗਾ ਪ੍ਰਦੂਸ਼ਣ ਦੇ ਸਬੰਧ 'ਚ ਕਿ ਕਿੰਨਾ ਪ੍ਰਦੂਸ਼ਣ ਫੈਲ ਰਿਹਾ, ਉਹ ਸਾਰਾ ਅੰਕੜਾ ਉਹਦੇ 'ਚ ਦਿੱਤਾ ਸੀ ਤੇ ਦੀਵਾਲੀ ਵਾਲੇ ਦਿਨ ਅਸੀਂ ਬਾਜ਼ਾਰ ਦੇ ਵਿੱਚ ਸਟਾਲ ਲਗਾ ਕੇ ਤੇ ਪੁਸਤਕ ਸਟਾਲ ਵੀ ਲਾਈ ਸੀ ਤੇ ਉੱਥੋਂ ਉਹ ਪੈਂਫਲੇਟ ਅਸੀਂ ਉਹ ਵੰਡਿਆ ਲੋਕਾਂ ਦੇ ਵਿੱਚ। ਆਪਣੀ ਗੱਲ ਉੱਥੇ ਗਈ ਸੀ ਅਖਬਾਰਾਂ ਦੇ ਰਾਹੀਂ ਵੀ ਤੇ ਫੇਸਬੁੱਕ ਵਗੈਰਾ ਤੇ ਵੀ ਕਿ ਅਸੀਂ ਚਾਹੁੰਦੇ ਹਾਂ ਕਿ ਪ੍ਰਦੂਸ਼ਣ ਰਹਿਤ ਦੀਵਾਲੀ ਜਿਹੜੀ ਉਹ ਮਨਾਈ ਜਾਵੇ। ਇਸ ਤੋਂ ਇਲਾਵਾ ਮੀਟਿੰਗ ਸਾਡੀ ਹਰ 2 ਮਹੀਨੇ ਬਾਅਦ ਉਹ ਹੋ ਰਹੀ ਹੈ ਤੇ ਮੀਟਿੰਗ ਦੇ ਵਿੱਚ ਅਸੀਂ ਵਿਚਾਰ ਚਰਚਾ ਕਰਦੇ ਹਾਂ ਕਿ ਮੀਟਿੰਗ ਐ ਨਹੀਂ ਕਿ ਮੈਗਜ਼ੀਨ ਵੰਡ ਕੇ ਅਸੀਂ ਮਤਲਬ ਉੱਠ ਜਾਂਦੇ ਆ। ਵਿਚਾਰ ਚਰਚਾ ਹੁੰਦੀ ਹੈ ਬਕਾਇਦਾ, ਅਸੀਂ 1 ਜਾਂ 2 ਬੁਲਾਰੇ ਉਹਦੇ ਵਿੱਚ ਉਹਨਾਂ ਨੂੰ ਇੱਕ ਟੌਪਿਕ ਦਿੰਦੇ ਆ ਤੇ ਨਵੇਂ ਮੈਂਬਰਾਂ ਦੀ ਸ਼ਮੂਲੀਅਤ ਕਰਾਉਂਦੇ ਆ ਕਿ ਹਰੇਕ ਸਾਡੇ ਜਿਹੜੇ ਇਕਾਈ ਮੈਂਬਰ ਹੈ ਉਹਨੂੰ ਇਹ ਕਹਿੰਦੇ ਆ ਕਿ 1 ਜਾਂ 2 ਜਣੇ ਜਿੰਨੇ ਵੀ ਹੋ ਸਕਦਾ ਤੁਸੀਂ ਲੈ ਕੇ ਆਉਣੇ ਨਾਲ। ਉਹਦਾ ਸਾਨੂੰ ਨਤੀਜਾ ਇਹ ਮਿਲਿਆ, ਸੀ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਸੀ, ਅੱਗੇ ਸਾਡੇ 10-11 ਮੈਂਬਰਾਂ ਦੀ ਇਕਾਈ ਹੁੰਦੀ ਸੀ, ਇਸ ਵਾਰੀ 18 ਮੈਂਬਰ ਹੈਗੇ ਆ ਸਾਡੇ ਜਿਹੜੇ ਹਾਜ਼ਰ ਹੈ, ਤਾਂ ਯਾਨੀ ਇਹਦਾ ਇੱਕ ਸਾਨੂੰ ਇਹ ਜਿਹੜਾ ਬੈਨੀਫਿਟ ਹੋਇਆ ਉਹਦਾ। ਇਸ ਤੋਂ ਇਲਾਵਾ ਅਸੀਂ ਉਹ ਫਰਵਰੀ ਚਲੋ ਤਾਂ ਪਿੱਛੇ ਚਲੇ ਜਾਂਦੇ ਮੇਲੇ ਅਸੀਂ ਕਰਵਾਏ ਸੀਗੇ, ਉਹਨਾਂ ਦਾ ਵੀ ਅਸਰ ਜਿਹੜਾ ਹੁਣ ਉਹ ਦੇਖਣ ਨੂੰ ਮਿਲ ਰਿਹਾ ਕਿ ਸਾਡੇ ਕੋਲੇ ਪਾਠਕ ਨਵੇਂ ਪਹੁੰਚ ਰਹੇ ਤੇ ਨਵੇਂ ਮੈਂਬਰ ਵੀ ਜਿਹੜੇ ਹਾਲਾਂ ਅਸੀਂ ਉਹਨਾਂ ਨੂੰ ਮੈਂਬਰ ਬਣਾ ਨਹੀਂ ਰਹੇ ਪਰ ਉਹ ਪਾਠਕ ਦੇ ਤੌਰ ਤੇ ਉਹਨਾਂ ਨੂੰ ਅਸੀਂ ਲੈ ਰਹੇ ਹਾਂ। ਉਮੀਦ ਹੈ ਵੀ ਅਗਲੀ ਵਾਰ ਜਿਹੜੀ ਚੋਣ ਹੋਊਗੀ ਉਹਦੇ ਵਿੱਚ ਮੈਂਬਰਾਂ ਦੀ ਗਿਣਤੀ ਹੋਰ ਵੀ ਵੱਧ ਹੋਊਗੀ। ਤੇ ਇਸ ਤੋਂ ਇਲਾਵਾ ਸਾਡੇ ਕੋਲੇ 130 ਮੈਗਜ਼ੀਨ ਉਹ ਆ ਰਿਹਾ ਤੇ ਲਗਾਤਾਰ ਉਹ ਵੰਡਿਆ ਜਾ ਰਿਹਾ ਜਿਹੜੇ ਵੀ ਪਾਠਕ ਸਾਡੇ ਕੋਲ ਹੈਗੇ ਆ ਤੇ ਜਲਦੀ ਅਸੀਂ 1 ਮਹੀਨੇ ਦੇ ਵਿੱਚ ਇੱਕ ਪਾਠਕ ਮਿਲਣੀ ਦਾ ਪ੍ਰੋਗਰਾਮ ਅਸੀਂ ਇਕਾਈ ਪੱਧਰ ਤੇ ਬਣਾਇਆ ਕਿ ਉਹਨਾਂ ਪਾਠਕਾਂ ਨੂੰ ਬੁਲਾਇਆ ਜਾਵੇ ਤੇ ਉਹਨਾਂ ਕੋਲੋਂ ਇਹ ਪੁੱਛਿਆ ਜਾਵੇ ਵਿਚਾਰ ਕਿ ਕੀ ਤੁਹਾਡਾ ਸਾਡੀ ਸੁਸਾਇਟੀ ਬਾਰੇ, ਸਾਡੇ ਮੈਗਜ਼ੀਨ ਬਾਰੇ ਕੀ ਵਿਚਾਰ ਹੈ। ਇਸ ਤੋਂ ਇਲਾਵਾ ਅਸੀਂ ਜਿਹੜੇ 6 ਸਕੂਲ ਸੈਂਟਰ ਜਿਹੜੇ ਬਣਾਏ ਸੀਗੇ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਇਨਾਮ ਵੰਡਣ ਤਾਂ ਜਾਣਾ ਹੀ ਹੈ। ਉਸ ਤੋਂ ਇਲਾਵਾ ਅਸੀਂ ਪੂਰਾ ਪ੍ਰੋਗਰਾਮ, ਜਿਵੇਂ ਆਪਣੇ ਸੰਦੀਪ ਜੀ ਕਹਿ ਰਹੇ ਕਿ ਸੱਦਾ ਆਇਆ, ਅਸੀਂ ਪੂਰਾ ਇੱਕ ਬੁਲਾਰਾ ਵੱਖ-ਵੱਖ ਸਕੂਲਾਂ 'ਚ ਜਿਵੇਂ ਕੋਈ ਉਹਦੇ ਨਾਲ ਸੰਬੰਧਿਤ, ਜਿਵੇਂ ਬਖਸ਼ੀਸ਼ ਆਜ਼ਾਦ ਜੀ ਨੂੰ ਕਿਹਾ ਹੋਇਆ 2 ਸਕੂਲ ਉਹ ਕੱਢਣਗੇ, ਹੋਰ ਵੱਖ-ਵੱਖ ਬੁਲਾਰੇ ਬੁਲਾ ਕੇ ਤੇ ਅਸੀਂ ਨਾਲ ਜਾਦੂਗਰਾਂ ਦੀਆਂ ਆਈਟਮਾਂ, ਪੂਰਾ ਪ੍ਰੋਗਰਾਮ ਅਸੀਂ ਬਣਾ ਕੇ ਉਹਨਾਂ ਸਕੂਲਾਂ ਦੇ ਵਿੱਚੋਂ ਜਿਹੜਾ ਇਨਾਮ ਵੰਡ ਸਮਾਗਮ ਉਹ ਕਰਨ ਜਾ ਰਹੇ ਆ। ਤਾਂ ਇਹ ਪਿਛਲੇ 6 ਮਹੀਨੇ ਦੀ ਸਾਡੀ ਰਿਪੋਰਟ ਸੀਗੀ। ਬਹੁਤ ਬਹੁਤ ਧੰਨਵਾਦ। ਹਾਂਜੀ, ਮੇਰਾ ਨਾਮ ਮਨਦੀਪ ਫਾਜ਼ਿਲਕਾ ਤੋਂ। ਜਿਹੜਾ ਮੇਰਾ ਸੁਝਾਅ ਅੱਜ ਦਾ ਤਰਕਸ਼ੀਲ ਮੈਗਜ਼ੀਨ ਬਾਰੇ ਉਹ ਇਹ ਹੈ ਕਿ ਜਿਸ ਤਰ੍ਹਾਂ ਵਿਗਿਆਨ ਅਸੀਂ ਕਲਾਸਾਂ ਦੇ ਵਿੱਚ ਪੜ੍ਹਾਉਂਦੇ ਹਾਂ, ਉਸ ਨੂੰ ਪੜ੍ਹਾਉਣ ਤੋਂ ਬਾਅਦ ਉਹਦੀ ਐਪਲੀਕੇਸ਼ਨ ਸਾਡੇ ਸਮਾਜ ਵਿੱਚ ਕੀ ਹੈ ਜਾਂ ਉਹਦੇ ਸਰੋਕਾਰ ਕੀ ਨੇ, ਉਹਨਾਂ ਨੂੰ ਪੜ੍ਹਾਉਣਾ ਲਾਜ਼ਮੀ ਹੈ। ਅਸੀਂ ਇੱਕ ਸੁੱਕਾ ਜਿਹਾ ਸਬਜੈਕਟ ਪੜ੍ਹਾ ਕੇ ਤੇ ਪਾਸੇ ਹੋ ਜਾਂਦੇ ਹਾਂ। ਤਾਂ ਸਾਡੀ ਸੁਸਾਇਟੀ ਨੂੰ ਚਾਹੀਦਾ ਕਿ ਸਾਡੇ ਮੈਗਜ਼ੀਨ ਦੇ ਵਿੱਚ
ਇੱਕ ਪਾਰਟਿਕੂਲਰ ਉਸ ਚੈਪਟਰ ਦਾ ਜੇ ਅਸੀਂ ਬੱਚੇ ਨੂੰ ਨਾਲ ਜੋੜਨਾ ਤਾਂ ਉਸ ਚੈਪਟਰ ਦਾ ਨਾਂ ਦੇ ਕੇ, ਉਸ ਕਿਰਿਆ ਦਾ ਨਾਂ ਦੇ ਕੇ, ਉਸ ਪਾਰਟਿਕੂਲਰ ਜੋ ਅਸੀਂ ਉੱਥੇ ਪੜ੍ਹਾ ਰਹੇ ਹਾਂ ਉਸ ਸਬਜੈਕਟ ਦਾ ਨਾਂ ਦੇ ਕੇ, ਤਾਂ ਉਹਦੀ ਥੱਲੇ ਜਿਹੜੀ ਹੈ ਉਹਦੀ ਵਿਆਖਿਆ ਦੇ ਨਾਲ ਨਾਲ ਉਹਦੇ ਸਮਾਜ ਦੇ ਵਿੱਚ ਕੀ ਸਰੋਕਾਰ ਨੇ, ਉਹਦੀ ਐਪਲੀਕੇਸ਼ਨ ਕੀ ਹੈ ਸਮਾਜ ਦੇ ਵਿੱਚ, ਉਹਦੀ ਡਿਟੇਲ ਦਿੱਤੀ ਜਾਣੀ ਚਾਹੀਦੀ। ਮੈਂ ਰਾਮ ਸਵਰਨ ਲੱਖੇਵਾਲੀ, ਸੂਬਾ ਸਾਹਿਤ ਵਿਭਾਗ ਮੁਖੀ। ਅੱਜ ਤਰਕਸ਼ੀਲ ਸੋਸਾਇਟੀ ਪੰਜਾਬ ਵੱਲੋਂ ਤਰਕਸ਼ੀਲਤਾ ਦੇ ਪ੍ਰਚਾਰ ਪ੍ਰਸਾਰ ਲਈ ਜਿਹੜੇ ਵੱਖ-ਵੱਖ ਜ਼ੋਨਾਂ ਦੀਆਂ ਛਮਾਹੀ ਇਕੱਤਰਤਾਵਾਂ ਕੀਤੀਆਂ ਜਾ ਰਹੀਆਂ, ਉਹਦੇ ਸਬੰਧ 'ਚ ਮੁਕਤਸਰ ਫਾਜ਼ਿਲਕਾ ਜ਼ੋਨ ਦੀ ਹਬੋਰ ਵਿਖੇ ਮੀਟਿੰਗ ਹੋਈ ਹੈ ਜ਼ੋਨ ਦੀ, ਜਿਹਦੇ ਵਿੱਚ ਸਾਰੀਆਂ ਇਕਾਈਆਂ ਸ਼ਾਮਲ ਹੋਈਆਂ। ਸੂਬੇ ਦੇ ਵੱਲੋਂ ਇਹ ਜਿਹੜਾ ਉਦੇਸ਼ ਆ ਕਿ ਤਰਕਸ਼ੀਲਤਾ ਦੇ ਪ੍ਰਚਾਰ ਪ੍ਰਸਾਰ ਨੂੰ ਲੋਕਾਂ ਤੱਕ ਕਿਵੇਂ ਲੈ ਕੇ ਜਾਣਾ, ਮੈਗਜ਼ੀਨ ਰਾਹੀਂ, ਤਰਕਸ਼ੀਲ ਸਾਹਿਤ ਵੈਨ ਰਾਹੀਂ, ਸੱਭਿਆਚਾਰਕ ਮੇਲਾਂ ਰਾਹੀਂ ਲੋਕਾਂ ਦੀ ਸੋਚ ਵਿੱਚ ਜਿਹੜਾ ਚੇਤਨਾ ਦਾ ਤੇ ਤਰਕਸ਼ੀਲਤਾ ਦਾ ਅੰਸ਼ ਕਿਵੇਂ ਭਰਨਾ, ਉਹਦੇ ਲਈ ਸੂਬਾ ਕਮੇਟੀ ਤਰਕਸ਼ੀਲ ਪੰਜਾਬ ਨੇ ਇਹ ਇਕੱਤਰਤਾਵਾਂ ਦਾ ਜਿਹੜਾ ਦੌਰ ਸੀਗਾ ਉਹ ਆਰੰਭਿਆ। ਤੇ ਅੱਜ ਇਸ ਇਕੱਤਰਤਾਵਾਂ ਦੇ ਵਿੱਚ ਜਿਹੜੇ ਵੱਖ-ਵੱਖ ਇਕਾਈਆਂ ਦੇ ਆਗੂ ਸਾਹਿਬਾਨ ਜਾਂ ਮੈਂਬਰ ਸ਼ਾਮਲ ਹੋਏ ਆ, ਉਹਨਾਂ ਨੇ ਆਪਣੇ ਵਿਚਾਰ ਵੀ ਰੱਖੇ ਆ ਤੇ ਨਾਲ ਅਹਿਦ ਵੀ ਲਿਆ ਕਿ ਅਸੀਂ ਵਿਗਿਆਨਕ ਚੇਤਨਾ ਦੇ ਪ੍ਰਸਾਰ ਲਈ ਅੱਗੇ ਤੋਂ ਹੋਰ ਸੁਹਿਰਦਤਾ ਦੇ ਨਾਲ ਕੰਮ ਕਰਾਂਗੇ। ਜਿਹੜਾ ਸਾਡਾ ਮੈਗਜ਼ੀਨ ਆ ਤਰਕਸ਼ੀਲ, ਜਾਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ, ਜਾਂ ਤਰਕਸ਼ੀਲ ਸਾਹਿਤ ਵੈਨ ਆ, ਉਹਦੇ ਰਾਹੀਂ ਪੰਜਾਬ ਦੇ ਲੋਕਾਂ ਦੀ ਸੋਚ ਦੇ ਵਿੱਚ, ਪੰਜਾਬ ਦੇ ਲੋਕਾਂ ਦੀ ਚੇਤਨਾ ਦੇ ਵਿੱਚ ਤਰਕਸ਼ੀਲਤਾ ਦਾ ਰੰਗ ਭਰਨ ਲਈ ਪੂਰੀ ਤਰ੍ਹਾਂ ਆਪਣੇ ਵੱਲੋਂ ਯਤਨ ਜਤਾਵਾਂਗੇ। ਅੱਜ ਦੇ ਜ਼ੋਨ ਦਾ ਜਿਹੜਾ ਇਹ ਉਦੇਸ਼ ਆ, ਜਿਹੜਾ ਸਾਂਝੇ ਸਾਰੇ ਮੈਂਬਰਾਂ ਨੇ ਮਿਥਿਆ, ਤੇ ਆਉਣ ਵਾਲੇ ਸਮੇਂ ਵਿੱਚ ਤਰਕਸ਼ੀਲ ਲਹਿਰ ਦੀਆਂ ਸਰਗਰਮੀਆਂ ਦੇ ਵਿੱਚੋਂ ਇਹ ਰੰਗ ਸਾਫ਼ ਦੇਖਣ ਨੂੰ ਮਿਲੇਗਾ।